डिजाइन्स ਹੁਣ ਜਦੋਂ ਅਸੀਂ ਰਿਵਿਊ ਆਫ ਲਿਟਰੇਚਰ ਦੀ ਗੱਲ ਕਰ ਰਹੇ ਹਾਂ ਤਾਂ ਰਿਵਿਊ ਆਫ ਲਿਟਰੇਚਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਸ ਆਉਂਦੇ ਹਨ ਵੀ ਕਿਸ ਤਰ੍ਹਾਂ ਦੇ ਰਿਵਿਊ ਲਿਟਰੇਚਰ ਆਪਾਂ ਸਟੱਡੀ ਕਰ ਸਕਦੇ ਹਾਂ ਉਹਨਾਂ ਦੇ ਕਿਹੜੇ ਡਿਜ਼ਾਈਨਸ ਹੈ ਠੀਕ ਹੈ ਜੀ ਤੁਹਾਡੇ ਸਾਹਮਣੇ ਚਾਰ ਡਿਜ਼ਾਈਨਸ ਲਿਖੇ ਹੈ ਜੋ ਬੇਸਿਕਲੀ ਚੱਲਦੇ ਹੈ ਫਸਟ ਵਨ ਜਿਹਦੇ ਵਿੱਚ ਹੈਗਾ ਟ੍ਰੈਡੀਸ਼ਨਲ ਔਰ ਦਾ ਨੈਰੇਟਿਵ ਰਿਵਿਊ ਆਫ ਲਿਟਰੇਚਰ ਸੈਕੰਡ ਹੈਗਾ ਜੀ ਸਿਸਟਮੈਟਿਕ ਰਿਵਿਊ ਆਫ ਲਿਟਰੇਚਰ ਥਰਡ ਹੈਗਾ ਮੈਟਾ ਐਨਾਲਿਸਿਸ ਤੇ ਫੋਰਥ ਹੈਗਾ ਮੈਟਾ ਸਿੰਥੇਸਿਸ ਸਭ ਤੋਂ ਪਹਿਲਾਂ ਟ੍ਰੈਡੀਸ਼ਨਲ ਔਰ ਨੈਰੇਟਿਵ ਰਿਵਿਊ ਆਫ ਲਿਟਰੇਚਰ This type analysis and summarize the literature to draw a conclusion about a topic. Selective oral that covers a specific topic. बहुत लिमिटेड ਜਿਹਾ ਕੰਮ ਹੁੰਦਾ ਹੈ ਇੱਕ ਆਪਣੇ ਕੋਲ ਸਪੈਸੀਫਿਕ ਇੱਕ ਆਪਣੇ ਕੋਲ ਟੌਪਿਕ ਹੈ ਉਸ ਦੇ ਉੱਪਰ ਜੋ ਸਪੈਸੀਫਿਕ ਪੁਆਇੰਟਸ ਹੈ ਆਪਾਂ ਸਿਰਫ ਉਹਨਾਂ ਨੂੰ ਲੈ ਕੇ ਸਟੱਡੀ ਕਰ ਰਹੇ ਹਾਂ ਤੇ ਉਹਨਾਂ ਦੇ ਰਿਗਾਰਡਿੰਗ ਹੀ ਅਸੀਂ ਅੱਗੇ ਗੱਲ ਕਰ ਰਹੇ ਹਾਂ ਉਸ ਦੇ ਬੇਸਿਸ ਦੇ ਉੱਪਰ ਹੀ ਅਸੀਂ ਐਨਾਲਿਸਿਸ ਕਰ ਰਹੇ ਹਾਂ ਇਹ ਤਾਂ ਟ੍ਰੈਡੀਸ਼ਨਲ ਵੇ ਹੈ ਜੋ ਸਾਡੇ ਕੋਲ ਫੋਰ ਐਗਜ਼ਾਮਪਲ ਇੱਕ ਪੁਆਇੰਟ ਹੈ ਕਸਟਮਰ ਸੈਟੀਸਫੈਕਸ਼ਨ ਹੈ ਉਹਦੇ ਵਿੱਚ ਇੱਕ ਦੋ ਪੁਆਇੰਟਸ ਹੈ ਅਸੀਂ ਉਹਨਾਂ ਨੂੰ ਲਿਆ ਉਹਨਾਂ ਨੂੰ ਬੈਠ ਕੇ ਅਸੀਂ ਸਟੱਡੀ ਕਰ ਲਿਆ ਉਹਦੇ ਨਾਲ ਜੋ ਸੀਗਾ ਟ੍ਰੈਡੀਸ਼ਨਲ ਲਿਟਰੇਚਰ ਜੋ ਬਣ ਕੇ ਆਇਆ ਉਹਨਾਂ ਦੋ ਫੈਕਟਰਸ ਦੇ ਉੱਪਰ ਜੋ ਵੀ ਚੀਜ਼ਾਂ ਅਵੇਲੇਬਲ ਸੀਗੀਆਂ ਅਸੀਂ ਉਹਨਾਂ ਨੂੰ ਬੈਠ ਕੇ ਸਟੱਡੀ ਕਰ ਲਿਆ ਅਸੀਂ ਇੱਕ ਸਿਲੈਕਟਿਵ ਆਰਲ ਟੌਪਿਕਸ ਚੱਕੇ ਉਹਨਾਂ ਨੂੰ ਅਸੀਂ ਇਸ ਦੇ ਵਿੱਚ ਕਵਰ ਕੀਤਾ ਸੈਕੰਡ ਪੁਆਇੰਟ ਸਾਡੇ ਕੋਲ ਆ ਜਾਂਦਾ ਸਿਸਟਮੈਟਿਕ ਰਿਵਿਊ ਆਫ ਲਿਟਰੇਚਰ ਦਿਸ ਮੈਥਡ uses more well-defined approach mainly used for making a complete list of all the published and unpublished studies relating to a particular topic ਹੁਣ ਇਸ ਅਸੀਂ ਹੋਰ ਅੱਗੇ ਡੀਪ ਦੇ ਵਿੱਚ ਜਾ ਕੇ ਜੋ ਇੱਕ ਵੈਲ ਡਿਫਾਈਨਡ ਅਪਰੋਚਸ ਹੈ ਅਸੀਂ ਉਹ ਲਗਾਉਂਦੇ ਹਾਂ ਕਿਉਂਕਿ ਸਿਸਟਮੈਟਿਕ ਦਾ ਮਤਲਬ ਹੋ ਗਿਆ ਇੱਕ ਪ੍ਰੋਪਰ ਸਿਸਟਮੈਟਿਕਲ ਵੇ ਜਿਹਨੂੰ ਅਸੀਂ ਇੱਕ ਆਰਗੇਨਾਈਜ਼ਡ ਵੇ ਕਹਿੰਦੇ ਆ ਜਿਸ ਅਸੀਂ ਕੋਈ ਵੀ ਫੈਕਟਰ ਨਹੀਂ ਛੱਡਦੇ ਕੋਈ ਇੱਕ ਛੋਟੇ ਤੋਂ ਛੋਟਾ ਫੈਕਟਰ ਵੀ ਹੈ ਅਸੀਂ ਉਸ ਦਾ ਵੀ ਜੋ ਰਿਵਿਊ ਹੈ ਉਹ ਵੀ ਅਸੀਂ ਲਿਖਾਂਗੇ ਜਿੰਨੇ ਕੁ ਵੀ ਸਾਡੇ ਕੋਲ ਉਸ ਦੇ ਉੱਪਰ ਕੋਈ ਪਬਲਿਸ਼ਡ ਕੰਮ ਹੋਇਆ ਪਿਆ ਜਾਂ ਕੋਈ ਹਲੇ ਅਨਪਬਲਿਸ਼ਡ ਨਹੀਂ ਹੋਇਆ ਇਨ ਪ੍ਰੋਸੈਸ ਹੈ ਉਹਨਾਂ ਦਾ ਵੀ ਅਸੀਂ ਪਤਾ ਕਰ ਲੈਂਦੇ ਆ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਬੜੀ ਸਿੱਧੀ ਜਿਹੀ ਐਗਜ਼ਾਮਪਲ ਹੈ ਫੋਰ ਐਗਜ਼ਾਮਪਲ ਆਪਾਂ ਕੋਈ ਪੀਐਚਡੀ ਦਾ ਥੀਸਿਸ ਕਰਨਾ ਠੀਕ ਹੈ ਜੀ ਆਪਾਂ ਕਿਸੇ ਪਾਰਟਿਕੂਲਰ ਯੂਨੀਵਰਸਿਟੀ 'ਚ ਇਨਰੋਲਡ ਕਰਵਾਇਆ ਆਪਣੇ ਆਪ ਨੂੰ ਹਰੇਕ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਪਿਆ ਹੁੰਦਾ ਹੈ ਵੀ ਅਸੀਂ ਕਿੰਨੇ ਕੁ ਥੀਸਿਸ ਸਾਡੇ ਕੋਲ ਹੋ ਚੁੱਕੇ ਹੋਏ ਆ ਕਿੰਨੇ ਕੁ ਬੰਦੇ ਦੀ ਪੀਐਚਡੀ ਖਤਮ ਹੋ ਚੁੱਕੀ ਹੋਈ ਹੈ ਤੇ ਕਿੰਨੇ ਕੁ ਬੰਦੇ ਸਾਡੇ ਕੋਲ ਇਨਰੋਲਡ ਹੋ ਚੁੱਕੇ ਹੋਏ ਆ ਔਰ ਜਿਹੜੇ ਪੀਐਚਡੀ ਕੰਪਲੀਟ ਕਰ ਚੁੱਕੇ ਹੋਏ ਆ ਉੱਥੇ ਉਹਨਾਂ ਦੇ ਥੀਸਿਸ ਦਾ ਰਿਕਾਰਡ ਵੀ ਪਿਆ ਹੋਊਗਾ ਵੀ ਆਹ ਬੰਦਿਆਂ ਨੇ ਇਹ ਵਾਲੇ ਈਅਰ 'ਚ ਪੀਐਚਡੀ ਕੰਪਲੀਟ ਕੀਤੀ ਸੀ ਇਹ ਇਹਨਾਂ ਦਾ ਟੌਪਿਕ ਸੀਗਾ ਔਰ ਸੇਮ ਇਜ਼ ਦਾ ਕੇਸ ਵਿਦ ਦਾ ਜਿਹੜੇ ਬੰਦੇ ਉੱਥੇ ਫਰੈਸ਼ਲੀ ਇਨਰੋਲਡ ਹੋਏ ਹੈ ਉਹਨਾਂ ਦਾ ਵੀ ਸੇਮ ਹੋਏਗਾ ਵੀ ਆਹ ਬੰਦੇ ਇਨਰੋਲਡ ਹੋਏ ਰਜਿਸਟਰਡ ਹੋਏ ਇਸ ਪਾਰਟਿਕੂਲਰ ਟੌਪਿਕ ਦੇ ਉੱਪਰ ਕੰਮ ਕਰ ਰਹੇ ਹੈ ਉਹ ਤਾਂ ਅਨਪਬਲਿਸ਼ਡ ਹੋ ਗਿਆ ਨਾ ਹਲੇ ਕੰਮ ਚੱਲ ਰਿਹਾ ਪਬਲਿਸ਼ਡ ਜਿਹੜੀ ਆਲਰੇਡੀ ਪਬਲਿਸ਼ਡ ਹੋ ਚੁੱਕੇ ਹੋਏ ਸੋ ਉਹਨਾਂ ਦੇ ਵਿੱਚ ਅਸੀਂ ਦੇਖ ਲਾਂਗੇ ਵੀ ਕਿਹੜੇ ਫੈਕਟਰ ਸਟੱਡੀ ਹੋ ਚੁੱਕੇ ਹੋਏ ਤੇ ਕਿਹੜੇ ਫੈਕਟਰ ਸਟੱਡੀ ਹੋ ਰਹੇ ਹੈ ਆਪਣੇ ਪਾਰਟਿਕੂਲਰ ਟੌਪਿਕ ਦੇ ਰਿਗਾਰਡਿੰਗ ਫੋਰ ਐਗਜ਼ਾਮਪਲ ਮੈਂ ਐਗਜ਼ਾਮਪਲ ਦਾ ਆਪਾਂ ਗੱਲ ਕਰਦੇ ਇੱਕ ਟੌਪਿਕ ਅਸੀਂ ਦੇਖ ਰਹੇ ਸੀਗੇ ਦੈਟ ਇਜ਼ ਆਫ ਦਾ ਕੰਪਲਸਿਵ ਬਾਇੰਗ ਮੇਰੇ ਇੱਕ ਸਟੂਡੈਂਟ ਨੇ ਕੰਪਲਸਿਵ ਬਾਇੰਗ ਦੇ ਉੱਪਰ ਕਰਨਾ ਸੀ ਉਹ ਮੇਰੇ ਕੋਲ ਇੱਕ ਟੌਪਿਕ ਲਿਖ ਕੇ ਲਿਆ ਵੀ ਸਰ ਮੈਂ ਇਸ ਟੌਪਿਕ ਦੇ ਉੱਪਰ ਕਰਾਂਗਾ ਮੈਨੂੰ ਕਿਹਾ ਵੀ ਪਹਿਲਾਂ ਦੇਖ ਲੈ ਵੀ ਇਸ ਟੌਪਿਕ ਦੇ ਉੱਪਰ ਕੰਮ ਕਿੰਨਾ ਹੋ ਚੁੱਕਿਆ ਹੋਇਆ ਤੇ ਕਿਹੜਾ ਕੰਮ ਹੋ ਰਿਹਾ ਜਦੋਂ ਅਸੀਂ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਜਾ ਕੇ ਸਟੱਡੀ ਕੀਤਾ ਦੇਖਿਆ ਤਾਂ ਉਸ ਟੌਪਿਕ ਦੇ ਉੱਪਰ ਆਲਰੇਡੀ 10 ਤੋਂ 15 ਥੀਸਿਸ ਹੋ ਚੁੱਕੇ ਸੀ ਤੇ 5 ਕੇ 6 ਦੇ ਉੱਪਰ ਹਲੇ ਕੰਮ ਹੋਰ ਚੱਲ ਰਿਹਾ ਸੀ ਸੇਮ ਟੌਪਿਕ ਦੇ ਉੱਪਰ ਹਾਂ ਆਬਜੈਕਟਿਵ ਥੋੜੇ ਬਹੁਤੇ ਡਿਫਰੈਂਸ ਸੀਗੇ ਬਟ ਟੌਪਿਕ ਵਾਸ ਦ ਸੇਮ ਸੋ ਆਪਾਂ ਨੂੰ ਇਹ ਦੇਖਣਾ ਪਏਗਾ ਵੀ ਦੇਖੀਏ ਇੱਕ ਸਿਸਟਮੈਟਿਕਲ ਵੇ ਬਣਾਈਏ ਇੱਕ ਸਿਸਟਮੈਟਿਕਲ ਕੰਮ ਕਰੀਏ ਵੀ ਕਿਹੜੀ ਚੀਜ਼ਾਂ ਅਸੀਂ ਕਰਨੀਆਂਗੇ ਕਿਹੜੀ ਚੀਜ਼ਾਂ ਅਸੀਂ ਲਵਾਂਗੇ ਕਿਹੜੀਆਂ ਚੀਜ਼ਾਂ ਅਸੀਂ ਨਹੀਂ ਲਵਾਂਗੇ ਉਹਦੀ ਇੱਕ ਪ੍ਰੋਪਰ ਬੈਠ ਕੇ ਅਸੀਂ ਇੱਕ ਲਿਸਟ ਬਣਾ ਲਈਏ ਇੱਕ ਪ੍ਰੋਪਰ ਆਰਗੇਨਾਈਜ਼ਡ ਵੇ ਦੇ ਨਾਲ ਜਾ ਕੇ ਉਹ ਕੰਮ ਹੋਏਗਾ ਦੈਨ ਸਾਡੇ ਕੋਲ ਆ ਜਾਂਦਾ ਮੈਟਾ ਐਨਾਲਿਸਿਸ A meta-analysis is statistical analysis that combines the result of multiple scientific studies. Meta-analysis can be performed when there are multiple scientific studies addressing the same question. ਹੁਣ meta-analysis ਕੀ ਹੁੰਦਾ ਹੈ ਅਸੀਂ ਅਲੱਗ-ਅਲੱਗ ਰਿਸਰਚਰਸ ਨੇ ਜੋ ਕੰਮ ਕੀਤਾ ਹੋਇਆ ਉਹਨਾਂ ਦੀ ਬੈਠ ਕੇ ਆਪਾਂ ਲਿਸਟ ਬਣਾ ਲੈਂਦੇ ਹਾਂ ਜਿਵੇਂ ਕਸਟਮਰ ਸੈਟੀਸਫੈਕਸ਼ਨ ਦਾ ਪੁਆਇੰਟ ਹੈ ਅਸੀਂ ਹਰੇਕ ਆਥਰ ਦੀ ਲਿਸਟ ਬਣਾ ਲਈ ਫੋਰ ਐਗਜ਼ਾਮਪਲ ਇੱਕ ਕਸਟਮਰ ਸੈਟੀਸਫੈਕਸ਼ਨ ਦਾ ਪੁਆਇੰਟ ਹੈ ਠੀਕ ਹੈ ਜੀ ਉਸ 'ਚ ਮੈਂ ਲਿਆ ਘੱਟੋ ਘੱਟ 5 ਕੇ 6 ਦਾ ਲੈ ਲਿਆ A B C D E F ਇਹਨਾਂ ਬੰਦਿਆਂ ਦਾ ਮੈਂ ਜੋ ਉਹਨਾਂ ਨੇ ਰਿਵਿਊ ਆਪਣਾ ਰਿਸਰਚ ਕੰਮ ਕੀਤਾ ਹੋਇਆ ਸੀ ਉਸ ਉੱਪਰ ਮੈਂ ਸਭ ਦਾ ਲਿਖ ਲਿਆ A ਨੇ ਜੋ ਕਿਹਾ ਮੈਂ ਉਸ ਦਾ ਇੱਕ ਪੈਰਾਗ੍ਰਾਫ ਲਿਖ ਲਿਆ B ਨੇ ਜੋ ਕਿਹਾ ਮੈਂ ਉਸ ਨੂੰ ਸਟੱਡੀ ਕਰ ਲਿਆ C ਨੇ ਜੋ ਕਿਹਾ ਮੈਂ ਉਸ ਨੂੰ ਸਟੱਡੀ ਕਰ ਲਿਆ ਸੇਮ D ਨੇ ਜੋ ਕਿਹਾ ਮੈਂ ਉਸ ਨੂੰ ਸਟੱਡੀ ਕਰ ਲਿਆ E ਨੇ ਜੋ ਕਿਹਾ ਮੈਂ ਉਹਨੂੰ ਸਟੱਡੀ ਕਰ ਲਿਆ F ਨੇ ਜੋ ਕਿਹਾ ਮੈਂ ਉਸ ਨੂੰ ਸਟੱਡੀ ਕਰ ਲਿਆ ਇਹ ਉਹਨਾਂ ਦੇ ਬੇਸਿਸ ਦੇ ਉੱਪਰ ਮੈਂ ਇਹ ਸਿਰਫ ਐਗਜ਼ਾਮਪਲ ਲਈਏ 4 ਕੇ 5 ਕੇਸਿਸ ਦੇ ਨਹੀਂ ਘੱਟੋ ਘੱਟ ਸਾਨੂੰ ਜੇ ਇੱਕ ਪੇਪਰ ਲਿਖਣਾ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਆਪਾਂ ਨੂੰ ਘੱਟੋ ਘੱਟ 30 ਤੋਂ 35 ਪੇਪਰ ਦੇਖਣੇ ਪੈਣਗੇ
ਉਹਨਾਂ ਦਾ ਬੈਠ ਕੇ ਸਟੱਡੀ ਆਪਾਂ ਨੂੰ ਕਰਨਾ ਪਏਗਾ ਵੀ ਉਹਨਾਂ ਦਾ ਐਬਸਟ੍ਰੈਕਟ ਕੀ ਸੀ, ਉਹਨਾਂ ਦੇ ਰਿਸਰਚ ਮੈਥੋਡੋਲੋਜੀ ਕਿਹੜੀ ਯੂਜ਼ ਕੀਤੀ, ਉਹਨਾਂ ਨੇ ਸਟੈਟਿਕਲ ਟੂਲ ਕਿਹੜੇ ਲਗਾਏ ਉੱਥੇ, ਠੀਕ ਹੈ, ਉਹਨਾਂ ਦਾ ਕੀ ਕਨਕਲੂਜਨ ਨਿਕਲ ਕੇ ਆਇਆ, ਉਹਨਾਂ ਦੇ ਬੇਸਿਸ ਦੇ ਉੱਪਰ ਕਿਹੜੇ ਕਿਹੜੇ ਰਿਸਰਚ ਗੈਪ ਸੀ ਜੋ ਅਗਲੇ ਕਿਸੇ ਸਟੱਡੀਜ਼ ਦੇ ਵਿੱਚ ਕਵਰ ਹੋਏ। ਸੋ ਇਹ ਚੀਜ਼ ਸਾਨੂੰ ਦੇਖਣਾ ਪਏਗਾ। ਉਸਦਾ ਇੱਕ ਕੁਆਂਟੀਟੇਟਿਵ ਮੈਜ਼ਰ ਨਿਕਲ ਕੇ ਆਏਗਾ ਜਿਹਨੂੰ ਅਸੀਂ ਇੱਕ ਮੈਜ਼ਰ ਕਰ ਸਕਦੇ ਹਾਂ, ਠੀਕ ਹੈ ਜੀ। ਉਸ ਦਾ ਅਸੀਂ ਇੱਕ ਰਿਜ਼ਲਟ ਬਣਾਵਾਂਗੇ ਪ੍ਰੋਪਰ ਵੀ ਇਹ ਵਾਲੇ ਆਥਰ ਨੇ ਆਹ ਪੁਆਇੰਟਸ ਕਹੇ ਸੀ ਜੀ, ਆਹ ਉਹਦਾ ਕਨਕਲੂਜਨ ਨਿਕਲ ਕੇ ਆਇਆ, ਦੂਸਰੇ ਆਥਰ ਨੇ ਆਹ ਕਿਹਾ, ਆਹ ਆਥਰ ਸੀਗਾ ਇਹਦੇ ਆਹ ਵਾਲੇ ਪੁਆਇੰਟਸ ਨਿਕਲ ਕੇ ਆ ਗਏ। ਸੋ ਉਹਨਾਂ ਸਾਰੇ ਪੁਆਇੰਟਸ ਦੇ ਬੇਸਿਸ ਦੇ ਉੱਪਰ ਉਹਨੂੰ ਅਸੀਂ ਇੱਕ ਮੈਟਾ ਐਨਾਲਿਸਿਸ ਕਹਿੰਦੇ ਆ। ਜੋ ਪਿਛਲੇ ਆਥਰਸ ਨੇ ਕੰਮ ਕਰਤਾ ਉਹਨਾਂ ਨੂੰ ਬੈਠ ਕੇ ਅਸੀਂ ਸਾਰਾ ਉਸਦਾ ਐਨਾਲਿਸਿਸ ਕਰਦੇ ਆ ਵੀ ਕਿਹੜੇ ਕਿਹੜੇ ਬੰਦੇ ਨੇ ਕੀ ਕੰਮ ਕੀਤਾ, ਉਸਦਾ ਅਸੀਂ ਇੱਕ ਪ੍ਰੋਪਰ ਐਨਾਲਿਸਿਸ ਡਿਫਾਈਨ ਕਰਦੇ ਆ, ਡਿਜ਼ਾਈਨ ਕਰਦੇ ਆ। ਫਿਰ ਉਸਦੇ ਬੇਸਿਸ ਦੇ ਉੱਪਰ ਹੀ ਅਸੀਂ ਆਪਣੀ ਸਟੱਡੀ ਅੱਗੇ ਲੈ ਕੇ ਚੱਲਦੇ ਆ ਵੀ ਜੋ ਪਿੱਛੇ ਕੰਮ ਹੋਇਆ ਇਹਨਾਂ ਸਾਰਿਆਂ ਦੇ ਅਕੋਰਡਿੰਗਲੀ ਆਹ ਗੈਪ ਨਿਕਲ ਕੇ ਆ ਰਿਹਾ, ਜੋ ਮੈਂ ਅੱਗੇ ਸਟੱਡੀ ਕਰਾਂਗਾ ਮੈਂ ਉਸ ਦੇ ਵਿੱਚ ਇਸ ਸਟੱਡੀ ਨੂੰ, ਇਸ ਗੈਪ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਜਾਂ ਮੈਂ ਇਸ ਗੈਪ ਨੂੰ ਪੂਰਾ ਕਰਾਂਗਾ। ਇੱਕ ਚੀਜ਼ ਹੋਰ ਸਾਡੇ ਦਿਮਾਗ ਵਿੱਚ ਹੋਣੀ ਚਾਹੀਦੀ ਵੀ ਜੋ ਅਸੀਂ ਮੈਟਾ ਐਨਾਲਿਸਿਸ ਕਰ ਰਹੇ ਹਾਂ, ਦਿਸ ਇਜ਼ ਫॉर ਦਾ ਕੁਆਂਟੀਟੇਟਿਵ ਸਟੱਡੀਜ਼। ਕੁਆਂਟੀਟਿਵ ਸਟੱਡੀਜ਼ ਦਾ ਮਤਲਬ ਜਿਨ੍ਹਾਂ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ, ਜਿਹਨਾਂ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ ਈਜ਼ੀਲੀ 1 2 3 4 5 6 ਇਹਨਾਂ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ। ਮੈਟਾ ਐਨਾਲਿਸਿਸ ਹਮੇਸ਼ਾ ਕੁਆਂਟੀਟੇਟਿਵ ਦੇ ਵਾਸਤੇ ਹੋਏਗਾ। ਫਿਰ ਸਾਡੇ ਕੋਲ ਨਿਕਲੇ ਲਾਸਟ ਨਿਕਲ ਕੇ ਆਉਂਦਾ ਦੈਟ ਇਜ਼ ਆਫ ਦਾ ਮੈਟਾ ਸਿੰਥੇਸਿਸ। ਮੈਟਾ ਸਿੰਥੇਸਿਸ ਅਟੈਂਪਟਸ ਟੂ ਇੰਟੀਗ੍ਰੇਟ ਦ ਰਿਜ਼ਲਟਸ ਫਰੋਮ ਅ ਨੰਬਰ ਆਫ ਡਿਫਰੈਂਟ ਬਟ ਇੰਟਰਰਿਲੇਟਡ ਕੁਆਲਿਟੇਟਿਵ ਸਟੱਡੀਜ਼। ਮੈਟਾ ਸਿੰਥੇਸਿਸ ਦੇ ਵਿੱਚ ਸਾਡੇ ਕੋਲ ਕੁਆਲਿਟੇਟਿਵ ਚੀਜ਼ਾਂ ਆਉਣਗੀਆਂ, ਰਿਜ਼ਲਟਸ ਆਉਣਗੇ। The technique has an interpretive rather than aggressive intent in contrast to meta-analysis of quantitative studies. For example, कोई beauty index है, ਹੁਣ ਮੈਂ ਕੋਈ ਡਿਫਾਈਨ ਕਰ ਸਕਦਾ ਵੀ ਉਹ ਬੰਦਾ, ਮੈਂ ਉਹਦਾ ਮੈਜ਼ਰ ਕਰ ਸਕਦਾ ਵੀ ਉਹ ਬੰਦਾ ਕਿੰਨਾ ਕੁ ਸੋਹਣਾ ਹੈ? ਨਹੀਂ ਡਿਫਾਈਨ ਕਰ ਸਕਦਾ। ਮੈਂ ਕਹਿ ਸਕਦਾ ਹਾਂਜੀ ਬਹੁਤ ਜ਼ਿਆਦਾ ਸੋਹਣਾ ਹੈ, ਬਿਲਕੁਲ ਸੋਹਣਾ ਨਹੀਂ ਹੈ, ਜਾਂ ਸਭ ਤੋਂ ਸੋਹਣਾ ਹੈ। ਸਭ ਤੋਂ ਸੋਹਣਾ ਚ ਕੋਈ ਪਰਸੈਂਟੇਜ ਦਾ ਨਾ ਵੀ 10% ਕੇ 20% ਕੇ 30% ਕੇ 40%, ਇਹ ਤਾਂ ਨਿਕਲ ਕੇ ਨਹੀਂ ਆਇਆ। ਸਿਰਫ ਮੈਂ ਇੰਨਾ ਕੁਆਲਿਟੇਟਿਵ ਹੈ ਵੀ ਹਾਂ ਮੈਂ ਮੈਜ਼ਰ ਕਰ ਲਿਆ ਵੀ ਠੀਕ ਹੈ ਹਾਂਜੀ ਆਹ ਇੰਨਾ ਪਰਸੈਂਟ ਬੰਦਾ ਸੋਹਣਾ ਹੈ, ਸੋਹਣਾ ਜੀ ਬਹੁਤ ਸੋਹਣਾ। ਕੁਆਂਟੀਟੇਟਿਵ ਦੇ ਵਿੱਚ ਅਸੀਂ ਇਸ ਚੀਜ਼ ਨੂੰ ਮੈਜ਼ਰ ਕਰਦੇ ਸੀ, ਮੇਰੀ ਸੇਲ ਇਨਕਰੀਜ਼ ਹੋ ਰਹੀ ਹੈ, ਕਿੰਨੇ ਪਰਸੈਂਟ ਸੇਲਸ ਇਨਕਰੀਜ਼ ਹੋ ਰਹੀ ਹੈ। ਮੈਂ ਇੱਕ ਐਗਜ਼ਾਮਪਲ ਲੈ ਰਿਹਾ ਸਿਰਫ ਕੁਆਂਟੀਟੇਟਿਵ, ਮੇਰੀ ਸੇਲ ਇਨਕਰੀਜ਼ ਹੋ ਰਹੀ ਹੈ, ਮੇਰੀ ਸੇਲ ਕਿੰਨੇ ਪਰਸੈਂਟ 10% 20% 30% 40%, ਇਹ ਕੁਆਂਟੀਟੇਟਿਵ ਹੁੰਦਾ। ਕੁਆਲਿਟੇਟਿਵ ਚ ਅਸੀਂ ਇਹ ਚੀਜ਼ ਮੈਜ਼ਰ ਕਰ ਰਹੇ ਹਾਂ ਵੀ ਕਿੰਨਾ ਉਹ ਬਿਊਟੀ ਇੰਡੈਕਸ ਹੈ, ਉਹਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਸੋਹਣਾ ਹੈ, ਬਹੁਤ ਸੋਹਣਾ ਹੈ, ਇਸ ਚ ਪਰਸੈਂਟੇਜ ਨਹੀਂ ਲਗਾ ਸਕਦਾ ਵੀ 10% ਜਾਂ 20% ਜਾਂ 30%। ਸੋ ਇਹ ਕਸਟਮਰ ਸੈਟੀਸਫੈਕਸ਼ਨ ਹੈ। ਹੁਣ ਜੇ ਮੈਂ ਕਸਟਮਰ ਸੈਟੀਸਫੈਕਸ਼ਨ ਦੇ ਲਈ ਮੈਟਾ ਸਿੰਥੇਸਿਸ ਕਰਾਂਗਾ, ਠੀਕ ਹੈ ਨਾ, ਹੁਣ ਉਸ ਸਮੇਂ ਥੋੜਾ ਲਗਾ ਦਾਂਗਾ ਵੀ ਮੇਰਾ ਕਸਟਮਰ ਜਿਹੜਾ ਜੀ ਉਹ 10% ਸੈਟੀਸਫਾਈ ਹੈ, ਉਹ 20% ਸੈਟੀਸਫਾਈ ਹੈ, ਉਹ 30% ਸੈਟੀਸਫਾਈ ਹੈ। ਮੈਂ ਕਰ ਹੀ ਨਹੀਂ ਸਕਦਾ। ਹਾਂ ਮੈਂ ਇਹ ਚੀਜ਼ ਜ਼ਰੂਰ ਡਿਫਾਈਨ ਕਰ ਸਕਦਾ ਜੇ ਮੈਂ ਉਹਦਾ ਇੱਕ ਸਕੇਲ ਬਣਾ ਲਾਂਗਾ, ਕੋਈ ਲਿਕਰ ਸਕੇਲ ਬਣਾ ਲਾ ਜਾਂ ਕੁਝ ਬਣਾ ਲਾ, ਜਾਂ ਮੈਂ 5 ਪੁਆਇੰਟ ਸਕੇਲ ਜਾਂ 6 ਪੁਆਇੰਟ ਸਕੇਲ ਕੁਝ ਵੀ ਬਣਾ ਲਾ, ਜਿਸ ਮੈਂ ਕਰ ਦਾਂਗਾ ਹਾਂਜੀ ਡਿਸਸੈਟੀਸਫਾਈ ਤੋਂ ਲੈ ਕੇ ਹਾਈਲੀ ਸੈਟੀਸਫਾਈ ਤੱਕ ਦੇ ਪੁਆਇੰਟ ਲਿਖ ਦਾਂਗਾ। ਡਿਸਸੈਟੀਸਫਾਈ ਹੈ, ਸੈਟੀਸਫਾਈ ਹੈ, ਨਿਊਟਰਲ ਹੈ, ਹਾਂਜੀ ਡਿਸਸੈਟੀਸਫਾਈ ਹੈ, ਹਾਈਲੀ ਡਿਸਸੈਟੀਸਫਾਈ ਹੈ, ਇਹ ਪੁਆਇੰਟਸ ਮੈਂ ਲਿਖਤੇ। ਇਹਨਾਂ ਦੇ ਇਹ ਮੇਰਾ ਕੁਆਲਿਟੇਟਿਵ ਮੈਜ਼ਰਸ ਆ ਗਏ ਜਿਹਦੇ ਬੇਸਿਸ ਦੇ ਉੱਪਰ ਮੈਂ ਕਸਟਮਰ ਸੈਟੀਸਫੈਕਸ਼ਨ ਨੂੰ ਸਟੱਡੀ ਕਰ ਲਾਂ। ਹਾਂ ਜੇ ਮੈਂ ਸੇਲਸ ਦੀ ਗੱਲ ਕਰਾਂਗਾ, ਮੈਂ ਪ੍ਰੋਡਕਟ ਦੀ ਮੇਰੇ ਕਿੰਨੇ ਯੂਨਿਟ ਵਿਕੇ, ਮੇਰੇ 10 ਯੂਨਿਟ ਵਿਕ ਗਏ, ਮੇਰੇ 15 ਵਿਕ ਗਏ, 20 ਵਿਕ ਗਏ, ਉਹ ਸਾਰਾ ਜੇ ਮੈਂ ਕਾਊਂਟ ਕਰਨ ਵਾਲੇ ਕੰਮ ਚ ਆ ਜਾਵਾਂਗਾ, ਉਹ ਮੇਰਾ ਸਾਰਾ ਮੈਟਾ ਐਨਾਲਿਸਿਸ ਦੇ ਵਿੱਚ ਆ ਜਾਏਗਾ। ਬਿਕੋਜ਼ ਕਿਉਂਕਿ ਉਹ ਕੁਆਂਟੀਟੇਟਿਵ ਚੀਜ਼ ਦੇ ਨਾਲ ਡੀਲ ਕਰਦਾ ਹੈ। ਮੈਟਾ ਸਿੰਥੇਸਿਸ ਜਿਹੜਾ ਉਹ ਕੁਆਲਿਟੇਟਿਵ ਚੀਜ਼ਾਂ ਦੇ ਨਾਲ ਡੀਲ ਕਰਦਾ ਹੈ, ਔਰ ਉਸ ਦੇ ਵਿੱਚ ਬਹਿ ਕੇ ਅਸੀਂ ਉਹਨਾਂ ਜੋ ਵੀ ਇੰਟਰਰਿਲੇਟਡ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਅਸੀਂ ਉਸ 'ਚ ਸਟੱਡੀ ਕਰ ਲੈਂਦੇ, ਉਸ ਨੂੰ ਅਸੀਂ ਉਹਦੇ ਵਿੱਚ ਅਸੀਂ ਸਟੱਡੀ ਕਰ ਲੈਂਦੇ। ਜਿਵੇਂ ਪਹਿਲਾਂ ਆਪਾਂ ਟ੍ਰੈਡੀਸ਼ਨਲ ਚ ਦੱਸ ਕੇ ਆਇਆ ਵੀ ਠੀਕ ਹੈ ਹਾਂਜੀ ਦੋ ਟੌਪਿਕ ਸਾਡੇ ਕੋਲ, 2 ਪੁਆਇੰਟ ਸਾਡੇ ਕੋਲ ਹੈਗੇ ਆ, ਠੀਕ ਹੈ, ਅਸੀਂ ਜੀ ਉਹਨਾਂ 2 ਪੁਆਇੰਟਸ ਨੂੰ ਦੇਖਿਆ, ਉਹਨਾਂ ਦੋਨਾਂ ਪੁਆਇੰਟਸ ਦੇ ਬੇਸਿਸ ਦੇ ਉੱਪਰ ਹੀ ਅਸੀਂ ਜਿਹੜੇ ਬਾਕੀ ਦੇ ਜੋ ਰਿਜ਼ਲਟਸ ਹੈ ਅਸੀਂ ਉਹਨਾਂ ਨੂੰ ਬਣਾਉਣਾ ਸਟਾਰਟ ਕਰ ਦਿੱਤਾ। ਅਸੀਂ ਸਿਲੈਕਟਿਵ ਟੌਪਿਕ ਚੱਕੇ, ਉਹਨਾਂ ਪੁਆਇੰਟਸ ਚੱਕੇ, ਉਹਨਾਂ ਨੂੰ ਸਟੱਡੀ ਕੀਤਾ, ਉਹਨਾਂ ਦੇ ਉੱਪਰ ਅਸੀਂ ਸਾਰਾ ਪੇਪਰ ਬਣਾਤਾ। ਸਿਸਟਮੈਟਿਕ ਦੇ ਵਿੱਚ ਅਸੀਂ ਥੋੜਾ ਜਿਹਾ ਡੀਪ ਚਲੇ ਗਏ, ਸਿਰਫ ਸਿਲੈਕਟਿਵ ਹੀ ਨਹੀਂ ਸਿਸਟਮੈਟਿਕਲ ਚੀਜ਼ ਬਣਾਈ ਵੀ ਇਸ ਪਾਰਟਿਕੂਲਰ ਬਿਹੇਵੀਅਰ ਨੂੰ ਕਿਹੜੇ ਚੀਜ਼ਾਂ ਡਿਫਾਈਨ ਕਰ ਸਕਦੀਆਂ। ਜੇ ਮੈਂ ਕਸਟਮਰ ਸੈਟੀਸਫੈਕਸ਼ਨ ਦੀ ਗੱਲ ਕਰ ਰਿਹਾ ਤਾਂ ਕਿਹੜੇ ਪੁਆਇੰਟਸ ਹੈ ਜਿਹੜੇ ਕਸਟਮਰ ਸੈਟੀਸਫੈਕਸ਼ਨ ਨੂੰ ਡਿਫਾਈਨ ਕਰ ਸਕਦੇ ਜਾਂ ਉਸਦੇ ਉੱਪਰ ਇੰਪੈਕਟ ਪਾ ਸਕਦੇ ਆ। 2-3 ਪੁਆਇੰਟਸ ਚੱਕੇ ਜਿੰਨੇ ਕਿ ਮੈਂ ਡੀਪ ਚ ਜਾ ਕੇ ਇੱਕ ਸਿਸਟਮੈਟਿਕ ਚੀਜ਼ ਬਣਾ ਸਕਦਾ, ਸਾਰਾ ਸਟੱਡੀ ਕਰਕੇ ਜਿਹੜਾ ਪਬਲਿਸ਼ਡ ਕੰਮ ਹੋ ਗਿਆ ਉਸ ਨੂੰ ਵੀ, ਜਿਹੜਾ ਅਨਪਬਲਿਸ਼ਡ ਹੈ ਉਸ ਨੂੰ ਵੀ ਦੇਖ ਕੇ। ਮੈਟਾ ਐਨਾਲਿਸਿਸ ਦੇ ਵਿੱਚ ਮੈਂ ਕੀ ਕੀਤਾ ਸੀ, ਜੋ ਸਟੱਡੀਜ਼ ਮੇਰੇ ਕੋਲ ਹੋਈਆਂ ਪਈਆਂ ਸੀ ਮੈਂ ਉਹਨਾਂ ਦਾ ਬੈਠ ਕੇ ਇੱਕ ਐਨਾਲਿਸਿਸ ਕੀਤਾ, ਕੁਆਂਟੀਟੇਟਿਵ ਇਨ ਨੇਚਰ, ਜੋ ਮਲਟੀਪਲ ਸਟੱਡੀਜ਼ ਹੋਈਆਂ ਕਿਸੇ ਵੀ ਟੌਪਿਕ ਦੇ ਉੱਪਰ ਕਿਸੇ ਵੀ ਫੀਲਡ ਦੇ ਵਿੱਚ,
ਉਹਨਾਂ ਸਭ ਦਾ ਬੈਠ ਕੇ ਅਸੀਂ ਐਨਾਲਿਸਿਸ ਕੀਤਾ ਵੀ ਕਿਹੜੇ ਆਥਰ ਨੇ ਕੀ ਕਨਫਿਊਜ਼ਨ ਦਿੱਤਾ ਹੈ। ਜੇ ਮੈਂ ਫੋਰ ਐਗਜ਼ਾਮਪਲ ਮੈਂ ਕੰਪਲਸਿਵ ਬਾਇੰਗ ਦੀ ਗੱਲ ਕਰਾਂ, ਮੈਂ ਮੈਟਾ ਐਨਾਲਿਸਿਸ ਦੇ ਵਿੱਚ ਕੰਪਲਸਿਵ ਬਾਇੰਗ ਦੀ ਗੱਲ ਕਰ ਰਿਹਾ। ਕੰਪਲਸਿਵ ਬਾਇੰਗ ਦੇ ਉੱਪਰ ਮੈਟਾ ਐਨਾਲਿਸਿਸ ਕਰਨਾ, ਮੈਂ ਇੱਕ ਪੇਪਰ ਲਿਖਿਆ ਸੀ ਇਸ ਉੱਪਰ, ਪਿੱਛੇ ਵੀ ਦੱਸਿਆ। ਹੁਣ ਕਈ ਆਥਰਸ ਨੇ ਕਿਹਾ ਵੀ ਕ੍ਰੈਡਿਟ ਕਾਰਡ ਹੁੰਦਾ ਲੋਕਾਂ ਦੇ ਕੋਲ, ਇਸ ਕਰਕੇ ਲੋਕੀ ਜ਼ਿਆਦਾ ਸ਼ਾਪਿੰਗ ਕਰਦੇ ਆ। ਕੰਪਲਸਿਵ ਦਾ ਮਤਲਬ ਅੱਜ ਕੱਲ੍ਹ ਕ੍ਰੈਡਿਟ ਕਾਰਡ ਮਿਲ ਜਾਂਦੇ ਸਾਰਿਆਂ ਦੇ, ਬੰਦੇ ਨੂੰ ਪੈਸੇ ਦੀ ਕੋਈ ਟੈਨਸ਼ਨ ਨਹੀਂ, ਕੋਈ ਨਹੀਂ ਜੀ, ਹੌਲੀ ਹੌਲੀ ਪੈਸੇ ਉਤਾਰ ਦਾਂਗੇ, ਕ੍ਰੈਡਿਟ ਕਾਰਡ ਆਪਣੇ ਕੋਲ ਹੈਗਾ ਹੀ ਹੈ, 1 1.5 ਲੱਖ ਦੀ ਲਿਮਿਟ ਹੈ, ਚਲੋ ਕਰੀ ਚਲੋ ਸ਼ਾਪਿੰਗਸ ਕਰੀ ਚਲੋ। ਹੁਣ ਇੱਕ ਆਥਰ ਦਾ ਮੈਂ ਪੜ੍ਹ ਰਿਹਾ ਸੀ, ਮੈਨੂੰ ਪੜ੍ਹ ਕੇ ਬੜੀ ਹੈਰਾਨੀ ਹੋਈ। ਬੰਦੇ ਨੇ ਇੱਕ ਸਟ੍ਰੈਸ ਦਾ ਪੁਆਇੰਟ ਕੀਤਾ ਵੀ ਜੇ ਬੰਦੇ ਨੂੰ ਜ਼ਿਆਦਾ ਸਟ੍ਰੈਸ ਹੁੰਦਾ ਨਾ, ਉਹ ਤਾਂ ਵੀ ਸ਼ਾਪਿੰਗ ਕਰਨ ਵਾਸਤੇ ਚਲਾ ਜਾਂਦਾ। ਮੈਨੂੰ ਬੜੀ ਹੈਰਾਨੀ ਹੋਈ ਵੀ ਮੈਂ ਤਾਂ ਸੇਲਸ ਦੀ ਗੱਲ ਕਰ ਰਿਹਾ, ਮੈਂ ਕੰਪਲਸਿਵ ਬਾਇੰਗ ਬਿਹੇਵੀਅਰ ਦੀ ਗੱਲ ਕਰ ਰਿਹਾ। ਮੇਰੇ ਬਾਇੰਗ ਬਿਹੇਵੀਅਰ 'ਚ ਸਟ੍ਰੈਸ ਕਿਵੇਂ ਇੰਪੈਕਟ ਪਾ ਰਿਹਾ। ਉਹ ਮੈਂ ਪੇਪਰ ਪੜ੍ਹਿਆ ਸਾਰਾ, ਮੈਨੂੰ ਇੱਕ ਨਵਾਂ ਪੁਆਇੰਟ ਮਿਲ ਗਿਆ ਬਈ ਸਟ੍ਰੈਸ ਵੀ ਪੁਆਇੰਟ ਪਾ ਰਿਹਾ। ਇੱਕ ਪੁਆਇੰਟ ਮੈਂ ਕੀਤਾ, ਉਸ ਲਿਖਿਆ ਸੀ ਪੀਅਰ ਗਰੁੱਪ ਵੀ ਮੇਰੇ ਬਾਇੰਗ ਦੇ ਬਿਹੇਵੀਅਰ ਦੇ ਉੱਪਰ ਇੰਪੈਕਟ ਪਾ ਰਿਹਾ। ਮੇਰੇ ਫਰੈਂਡ ਨੇ ਆਹ ਚੀਜ਼ ਪਰਚੇਜ਼ ਕਰ ਲਈ ਜੀ, ਮੈਂ ਵੀ ਕਰਨੀ ਹੈ। ਜਿਵੇਂ ਆਪਣੇ ਹਿੰਦੁਸਤਾਨ 'ਚ ਜ਼ਿਆਦਾ ਰਿਵਾਜ ਹੈ ਨਾ, ਆਪਾਂ ਗੁਆਂਢੀਆਂ ਨੂੰ ਦੇਖ ਕੇ ਜ਼ਿਆਦਾ ਕੁਝ ਹੁੰਦੇ ਆ। ਮੇਰੇ ਗੁਆਂਢੀ ਕੋਲ ਇਹ ਚੀਜ਼ ਹੈ, ਮੇਰੇ ਕੋਲ ਵੀ ਹੋਣੀ ਚਾਹੀਦੀ ਹੈ, ਚਾਹੇ ਮੈਨੂੰ ਜ਼ਰੂਰਤ ਹੈ ਚਾਹੇ ਨਾ, ਦੈਟ ਇਜ਼ ਡਿਫਰੈਂਟ ਥਿੰਗ, ਪਰ ਮੇਰੇ ਕੋਲ ਚੀਜ਼ ਹੋਣੀ ਚਾਹੀਦੀ ਹੈ। ਸੋ ਇਹ ਵੀ ਇੱਕ ਪੁਆਇੰਟ ਨਿਕਲ ਕੇ ਆਇਆ, ਪੀਅਰ ਗਰੁੱਪ ਵੀ ਇੱਕ ਪੁਆਇੰਟ ਨਿਕਲ ਕੇ ਆ ਗਿਆ। ਸੋ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਐਨਾਲਿਸਿਸ ਕੀਤਾ ਬਈ ਕਿਹੜੀ ਚੀਜ਼ ਪੁਆਇੰਟਸ ਨਿਕਲ ਕੇ ਆ ਰਹੇ ਹੈ। ਪਾਰਟਿਕੂਲਰ ਆਥਰਸ ਨੂੰ ਪੈਕੇ ਸਟੱਡੀ ਕੀਤਾ, ਉਹਨਾਂ ਦੇ ਅੱਗੇ ਅਸੀਂ ਪੁਆਇੰਟ ਸਟੱਡੀ ਕੀਤੇ, ਉਹਨਾਂ ਦੇ ਜੋ ਰਿਜ਼ਲਟਸ ਨਿਕਲ ਕੇ ਆਏ ਉਹਨਾਂ ਨੂੰ ਅਸੀਂ ਸਟੱਡੀ ਕੀਤਾ। ਦੈਨ ਅਸੀਂ ਕੀਤਾ ਕਿ ਮੈਟਾ ਸਿੰਥੇਸਿਸ ਕੀਤਾ, ਜਿਸ ਅਸੀਂ ਕੁਆਲਿਟੇਟਿਵ ਸਟੱਡੀਜ਼ ਦੇ ਬਾਰੇ ਗੱਲ ਕੀਤੀ। ਕੁਆਲਿਟੇਟਿਵ ਸਟੱਡੀਜ਼ ਦੇ ਬਾਰੇ ਗੱਲ ਕੀਤੀ ਵੀ ਕੌਣ ਕਿੰਨਾ ਵਧੀਆ ਹੈ, ਕੀ ਉਸਦਾ ਸੈਟਿਸਫੈਕਸ਼ਨ ਦਾ ਲੈਵਲ ਕੀ ਹੈ, ਕਿੰਨਾ ਹੈ ਕਿੰਨਾ ਨਹੀਂ ਹੈ, ਸੈਟਿਸਫਾਈ ਹੈ, ਡਿਸਸੈਟਿਸਫਾਈ ਹੈ ਜਾਂ ਨਿਊਟਰਲ ਹੈ, ਐਗਰੀ ਹੈ ਜਾਂ ਡਿਸਐਗਰੀ ਹੈ ਜਾਂ ਨਿਊਟਰਲ ਹੈ, ਜਾਂ ਐਕਸੀਲੈਂਟ ਹੈ ਜਾਂ ਗੁੱਡ ਹੈ, ਵੈਰੀ ਗੁੱਡ ਹੈ, ਸੈਟਿਸਫੈਕਟਰੀ ਹੈ। ਇਹ ਸਾਰਾ ਕੁਝ ਜੋ ਕੁਆਲਿਟੇਟਿਵ ਬੇਸਿਸ ਅਸੀਂ ਸਟੱਡੀ ਕਰ ਰਹੇ ਹਾਂ, ਉਹ ਚੀਜ਼ ਸਾਡੇ ਕੋਲ ਨਿਕਲ ਕੇ ਆ ਰਹੀ ਹੈ। ਉਹਨੂੰ ਅਸੀਂ ਮੈਟਾ ਸਿੰਥੇਸਿਸ ਦੇ ਵਿੱਚ ਅਸੀਂ ਪਾ ਦਿੰਦੇ ਹਾਂ। ਠੀਕ ਹੈ ਜੀ। ਸੋ ਇਸ ਮੋਡਿਊਲ ਸਾਡੇ ਕੋਲ ਇਹੀ ਸੀਗਾ, ਲਿਟਰੇਚਰ ਰਿਵਿਊ ਦੇ ਜੋ ਡਿਜ਼ਾਈਨ ਸੀਗੇ ਅਸੀਂ ਉਹਨਾਂ ਨੂੰ ਸਟੱਡੀ ਕੀਤਾ। ਨੈਕਸਟ ਮੋਡਿਊਲ 'ਚ ਅਸੀਂ ਹੋਰ ਥੋੜਾ ਰਿਵਿਊ ਲਿਟਰੇਚਰ ਦੇ ਉੱਪਰ ਡੀਪ ਸਟੱਡੀ ਕਰਾਂਗੇ, ਜਿਸ ਸਾਡੇ ਕੋਲ ਕੁਝ